ਇੱਕ ਵਿਗਿਆਨਿਕ ਪ੍ਰਯੋਗਸ਼ਾਲਾ ਵਿੱਚ ਬਹੁਤ ਅਨੋਖੀ ਘਟਨਾ ਵਾਪਰੀ। ਪ੍ਰਯੋਗਸ਼ਾਲਾ ਵਿੱਚ ਸਭ ਤਰ੍ਹਾਂ ਦੇ ਜ਼ਹਿਰ ਪੋਇਜ਼ਨ ਮੌਜੂਦ ਸਨ। ਉਹਨਾਂ ਦਾ ਅਧਿਐਨ ਉਸ ਪ੍ਰਯੋਗਸ਼ਾਲਾ ਦਾ ਲਕਸ਼ ਸੀ। ਫਿਰ ਉਸ ਪ੍ਰਯੋਗਸ਼ਾਲਾ ਵਿੱਚ ਚੂਹੇ ਬਹੁਤ ਵੱਧ ਗਏ। ਉਹਨਾਂ ਚੂਹਿਆਂ ਨੂੰ ਮਾਰਨ ਦੇ ਬਹੁਤ ਉਪਾਅ ਕੀਤੇ ਗਏ, ਪਰ ਮਾਰਨਾ ਆਸਾਨ ਨਾ ਹੋਇਆ, ਕਿਉਂਕਿ ਜਿਹੜਾ ਵੀ ਜ਼ਹਿਰ ਪਾਇਆ ਜਾਂਦਾ ਸੀ, ਚੂਹੇ ਉਸ ਨੂੰ ਖਾਣ ਦੇ ਪਹਿਲਾਂ ਤੋਂ ਹੀ ਆਦੀ ਹੋ ਗਏ ਸਨ। ਚੂਹੇ ਵੀ ਇਮਿਊਨ ਹੋ ਗਏ ਸਨ। ਪ੍ਰਯੋਗਸ਼ਾਲਾ ਵਿੱਚ ਜ਼ਹਿਰ ਹੀ ਜ਼ਹਿਰ ਸੀ। ਜ਼ਹਿਰ ਪਾਇਆ ਜਾਂਦਾ ਸੀ, ਚੂਹੇ ਮਰਦੇ ਨਹੀਂ ਸਨ, ਜ਼ਹਿਰ ਖਾ ਲੈਂਦੇ ਸਨ। ਉਸੇ ਜ਼ਹਿਰ ਨੂੰ ਉਹ ਭੋਜਨ ਬਣਾ ਲੈਂਦੇ ਸੀ। ਤਦ ਕਿਸੇ ਨੇ ਸਲਾਹ ਦਿੱਤੀ ਕਿ ਪੁਰਾਣਾ ਹੀ ਰਸਤਾ ਅਖਤਿਆਰ ਕਰਨਾ ਠੀਕ ਹੈ। ਚੂਹੇ ਫੜਨ ਦਾ ਜਿਹੜਾ ਪੁਰਾਣਾ ਤਰੀਕਾ ਹੈ, ਚੂਹੇ ਦੀ ਜਾਲੀ, ਉਸੇ ਵਿੱਚ ਉਹਨਾਂ ਨੂੰ ਫਸਾਉਣਾ ਠੀਕ ਹੋਏਗਾ। ਚੂਹੇ ਦੇ ਪਿੰਜਰੇ ਲਿਆਂਦੇ ਗਏ। ਉਹਨਾਂ ਵਿੱਚ ਚੀਜ਼ ਦੇ ਰੋਟੀ ਦੇ ਟੁਕੜੇ ਰੱਖ ਦਿੱਤੇ ਗਏ, ਪਰ ਚੂਹਿਆਂ ਨੇ ਕੋਈ ਧਿਆਨ ਨਾ ਦਿੱਤਾ। ਉਹ ਜ਼ਹਿਰ ਖਾਣ ਦੇ ਇੰਨੇ ਆਦੀ ਹੋ ਗਏ ਸਨ, ਰੋਟੀ ਤੇ ਚੀਜ਼ ਉਹਨਾਂ ਨੂੰ ਜਚੇ ਹੀ ਨਾ, ਇੱਕ ਵੀ ਚੂਹਾ ਨਾ ਫਸਿਆ। ਤਦ ਕਿਸੇ ਨੇ ਸਲਾਹ ਦਿੱਤੀ ਕਿ ਹੁਣ ਇੱਕ ਹੀ ਉਪਾਅ ਹੈ ਕਿ ਚੀਜ਼ ਤੇ ਰੋਟੀ ਦੇ ਉੱਤੇ ਜ਼ਹਿਰ ਦੀ ਪਰਤ ਲਗਾ ਦਿਓ, ਤਦ ਹੀ ਇਹ ਚੂਹੇ ਜਾਲ ਵਿੱਚ ਫਸਣਗੇ। ਇਹੀ ਕੀਤਾ ਗਿਆ। ਰਸਤਾ ਕਾਮਯਾਬ ਸਿੱਧ ਹੋਇਆ। ਚੀਜ਼ ਤੇ ਰੋਟੀ ਦੇ ਟੁਕੜਿਆਂ ਤੇ ਜ਼ਹਿਰ ਲਗਾ ਦਿੱਤਾ ਗਿਆ। ਜ਼ਹਿਰ ਦੇ ਕਾਰਨ ਚੂਹੇ ਜਾਲ ਦੇ ਅੰਦਰ ਫਸਣੇ ਸ਼ੁਰੂ ਹੋ ਗਏ। ਕਹਾਣੀ ਬਹੁਤ ਅਜੀਬ ਲੱਗਦੀ ਹੈ, ਪਰ ਸੱਚ ਹੈ। ਅਜਿਹਾ ਇੱਕ ਪ੍ਰਯੋਗਸ਼ਾਲਾ ਵਿੱਚ ਹੋਇਆ ਹੈ। ਆਦਮੀ ਦੀ ਹਾਲਤ ਵੀ ਕਰੀਬ ਇਸੇ ਤਰ੍ਹਾਂ ਦੀ ਹੈ। ਮਨੁੱਖ ਅੱਖਰਾਂ ਦਾ ਇੰਨਾ ਆਦੀ ਹੋ ਗਿਆ ਹੈ ਕਿ ਜੇਕਰ ਮੌਨ ਵੀ ਉਸ ਨੂੰ ਸਮਝਾਉਣਾ ਹੋਵੇ ਤਾਂ ਅੱਖਰਾਂ ਵਿੱਚ ਹੀ ਸਮਝਾਉਣਾ ਪੈਂਦਾ ਹੈ। ਭੋਜਨ ਦੇਣਾ ਹੋਵੇ ਤਾਂ ਵੀ ਜ਼ਹਿਰ 'ਚ ਲਪੇਟਣਾ ਪੈਂਦਾ ਹੈ। ਮੌਨ ਵੀ ਸਮਝਾਉਣਾ ਹੋਵੇ ਤਾਂ ਸ਼ਬਦਾਂ 'ਚ ਲਪੇਟਣਾ ਪੈਂਦਾ ਹੈ। ਅਨੰਤ ਵੱਲ ਇਸ਼ਾਰਾ ਕਰਨਾ ਹੋਵੇ ਤਾਂ ਵੀ ਤੁੱਛ ਅੱਖਰਾਂ ਦੀ ਵਰਤੋਂ ਕਰਨੀ ਪੈਂਦੀ ਹੈ। ਸ਼ੂਨਿਆਂ 'ਚ ਲੈ ਜਾਣਾ ਹੋਵੇ ਤਾਂ ਵੀ ਅੱਖਰਾਂ ਦੀ ਵਰਤੋਂ ਕਰਨੀ ਪੈਂਦੀ ਹੈ। ਸਾਗਰ ਦੀ ਗੱਲ ਕਰਨੀ ਹੋਵੇ ਤਾਂ ਵੀ ਬੂੰਦ ਦੀ ਵਰਤੋਂ ਕਰਨੀ ਪੈਂਦੀ ਹੈ। ਹੁਣ ਬੂੰਦ ਦੀ ਚਰਚਾ ਨਾਲ ਸਾਗਰ ਵੱਲ ਕੋਈ ਇਸ਼ਾਰਾ ਨਹੀਂ ਜਾਂਦਾ, ਜਾ ਵੀ ਨਹੀਂ ਸਕਦਾ। ਸਾਗਰ ਦੀ ਚਰਚਾ ਬੂੰਦ ਨਹੀਂ ਹੋ ਸਕਦੀ। ਕਿੱਥੇ ਬੂੰਦ, ਕਿੱਥੇ ਸਾਗਰ, ਕਿੱਥੇ ਅੱਖਰ, ਕਿੱਥੇ ਸ਼ੂਨਿਆ, ਕਿੱਥੇ ਤੁੱਛ ਮਨੁੱਖ ਦੀ ਬੁੱਧੀ ਤੇ ਅਮਾਪ ਵਿਸਤਾਰ, ਆਕਾਸ਼ ਹੀ ਆਕਾਸ਼, ਪਤਾਲ ਹੀ ਪਤਾਲ, ਜਿਹੜਾ ਕਿਤੇ ਖਤਮ ਨਹੀਂ ਹੁੰਦਾ। ਪਰ ਉਹਨਾਂ ਦਾ ਲੇਖਾ ਜੋਖਾ ਵੀ ਬਹੁਤ ਛੋਟੀ ਜਿਹੀ ਬੁੱਧੀ ਵਿੱਚ ਬੰਨ੍ਹਣਾ ਪੈਂਦਾ, ਕਿਉਂਕਿ ਆਦਮੀ ਬੁੱਧੀ ਦਾ ਆਦੀ ਹੋ ਗਿਆ। ਅਸੀਂ ਜਿਹੜੇ ਗੱਲ ਦੇ ਆਦੀ ਹੋ ਜਾਂਦੇ ਹਾਂ, ਉਸ ਤੋਂ ਬਾਹਰ ਜਾਣਾ ਸਭ ਤੋਂ ਔਖੀ ਗੱਲ ਹੈ। ਸੱਤਿਆ ਦੂਰ ਨਹੀਂ ਹੈ, ਸਾਡੀਆਂ ਆਦਤਾਂ ਵਿਘਨ ਪਾਉਂਦੀਆਂ ਹਨ। ਸੱਤਿਆ ਬਿਲਕੁਲ ਕੋਲ ਹੈ। ਹਿਰਦੇ ਦੀ ਧੜਕਣ ਨਾਲੋਂ ਵੀ ਬਹੁਤਾ ਨੇੜੇ ਹੈ। ਸਵਾਸਾਂ ਨਾਲੋਂ ਵੀ ਬਹੁਤ ਕੋਲ ਹੈ। ਤੁਹਾਡੇ ਵੀ ਕੋਲ ਪਰਮਾਤਮਾ ਬਹੁਤ ਨੇੜੇ ਹੈ ਤੁਹਾਡੇ, ਪਰ ਆਦਤਾਂ ਦਾ ਇੱਕ ਜਾਲ ਹੈ। ਆਦਤਾਂ ਵਿਚਾਲੇ ਖੜੀਆਂ ਨੇ। ਉਹਨਾਂ ਆਦਤਾਂ ਦੇ ਕਾਰਨ ਵੇਖਣਾ ਮੁਸ਼ਕਿਲ ਹੋ ਜਾਂਦਾ। ਆਦਤ ਹੀ ਤਾਂ ਤੁਹਾਡਾ ਮਨ ਹੈ। ਇਸ ਲਈ ਸਾਰਿਆਂ ਸੰਤਾਂ ਦੀ ਇੱਕੋ ਹੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਮਨ ਛੁੱਟ ਜਾਏ, ਕਿਸੇ ਤਰ੍ਹਾਂ ਤੁਸੀਂ ਉਨਮਨ ਹੋ ਜਾਓ, ਕਿਸੇ ਤਰ੍ਹਾਂ ਤੁਸੀਂ ਨੋ ਮਾਈਂਡ ਦੀ ਅਵਸਥਾ ਵਿੱਚ ਆ ਜਾਓ। ਜਿਵੇਂ ਹੀ ਮਨ ਛੁੱਟਿਆ ਤਿਵੇਂ ਹੀ ਕੰਡਾ ਛੁੱਟ ਜਾਂਦਾ। ਤੁਸੀਂ ਸਾਗਰ ਵਿੱਚ ਉਤਰ ਜਾਓਗੇ ਉਦੋਂ। ਹੋਰ ਕੋਈ ਦੂਜਾ ਰਾਹ ਨਹੀਂ ਹੈ ਸਾਗਰ ਨੂੰ ਜਾਣਨ ਦਾ। ਸਾਗਰ ਹੀ ਹੋਣਾ ਪਵੇਗਾ, ਉਸ ਤੋਂ ਘੱਟ ਵਿੱਚ ਕੰਮ ਨਹੀਂ ਚੱਲੇਗਾ। ਕੰਢੇ ਉੱਤੇ ਖੜ੍ਹੇ ਹੋ ਕੇ ਤੁਸੀਂ ਕਿੰਨੇ ਹੀ ਸਾਗਰ ਦੀ ਚਰਚਾ ਕਰੋ, ਤੁਸੀਂ ਕਿੰਨੇ ਹੀ ਸਾਗਰ ਦਾ ਵਿਖਾਣ ਕਰੋ, ਸਭ ਬੇਅਰਥ ਹੈ। ਤੁਸੀਂ ਕੰਢੇ ਉੱਤੇ ਖੜ੍ਹੇ ਹੋ,
ਇਹੀ ਦੱਸ ਰਿਹਾ ਹੈ ਕਿ ਤੁਹਾਡੀ ਪਹਿਚਾਣ ਸਾਗਰ ਨਾਲ ਨਹੀਂ ਹੋਈ, ਕਿਉਂਕਿ ਜਿਸ ਨੇ ਸਾਗਰ ਨੂੰ ਪਹਿਚਾਣ ਲਿਆ ਉਹ ਕਿਉਂ ਕੰਢੇ 'ਤੇ ਖੜਾ ਰਹੇਗਾ। ਜਿਸ ਨੂੰ ਅਨੰਤ ਦੀ ਪਹਿਚਾਣ ਆ ਗਈ ਕਿਉਂ ਰੁਕੇਗਾ ਕੰਢੇ ਉੱਤੇ। ਫਿਰ ਉਸ ਨੂੰ ਕਿਹੜੀ ਸ਼ਕਤੀ ਕੰਢੇ ਉੱਤੇ ਰੋਕ ਸਕਦੀ ਹੈ। ਅਨੰਤ ਦਾ ਖਿਚਾਓ ਉਹਨੂੰ ਖਿੱਚ ਹੀ ਲਏਗਾ। ਉਸ ਕੋਲੋਂ ਵੱਡੀ ਕੋਈ ਚੁੰਬਕ ਸ਼ਕਤੀ ਨਹੀਂ ਹੈ। ਫਿਰ ਸਾਰੇ ਅਕਾਰਨ ਟੁੱਟ ਜਾਣਗੇ, ਅਨੰਤ ਉਹਨੂੰ ਖਿੱਚ ਲਵੇਗਾ। ਪਰ ਅਸੀਂ ਚਰਚਾ ਕਰ ਰਹੇ ਹਾਂ ਘਰਾਂ ਦੇ ਅੰਦਰ ਬੰਦ ਖੁੱਲ੍ਹੇ ਆਕਾਸ਼ ਦੀ ਗੱਲ ਕਰ ਰਹੇ ਹਾਂ, ਆਪਣੇ ਆਪਣੇ ਪਿੰਜਰਿਆਂ 'ਚ ਬੰਦ ਸੁਤੰਤਰਤਾ ਦੀ ਚਰਚਾ ਕਰ ਰਹੇ ਹਾਂ, ਆਪਣੇ ਆਪਣੇ ਸ਼ਬਦਾਂ 'ਚ ਬੰਦ ਨਿਰਾਕਾਰ ਦਾ ਵਿਖਾਣ ਕਰ ਰਹੇ ਹਾਂ। ਨਾਨਕ ਦੇ ਸੂਤਰ ਬਹੁਤ ਕੀਮਤੀ ਨੇ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨਾਨਕ ਕਹਿੰਦੇ ਹਨ, ਪਤਾਲਾ ਪਤਾਲ ਲੱਖ ਅਗਾਸਾ ਅਗਾਸ, ਆਕਾਸ਼ ਹੀ ਆਕਾਸ਼ ਹਨ। ਇਹੀ ਆਕਾਸ਼ ਬਹੁਤ ਵੱਡੇ ਨੇ। ਇੱਕ ਹੀ ਆਕਾਸ਼ ਅਨੰਤ ਹੋ ਜਾਂਦਾ ਹੈ, ਕਿਉਂਕਿ ਆਕਾਸ਼ ਦੀ ਕੋਈ ਹੱਦ ਨਹੀਂ ਹੁੰਦੀ। ਇੱਕ ਹੀ ਆਕਾਸ਼ ਅਸੀਮ ਹੈ। ਨਾਨਕ ਕਹਿੰਦੇ ਨੇ ਆਕਾਸ਼ ਹੀ ਆਕਾਸ਼ ਹੈ, ਅਨੰਤਾ ਅਨੰਤ, ਇੱਕ ਹੀ ਅਸੀਮ ਨਹੀਂ ਹੈ। ਇੱਕ ਹੀ ਅਨੰਤ ਨਹੀਂ ਹੈ, ਅਨੰਤ ਅਨੰਤ, ਆਕਾਸ਼ ਹੀ ਆਕਾਸ਼ ਹੈ। ਜਿੱਥੇ ਵੀ ਤੁਸੀਂ ਜਾਓਗੇ ਤੁਸੀਂ ਉਸੇ ਨੂੰ ਅਸੀਮ ਪਾਓਗੇ। ਜਿਹੜੀ ਵੀ ਦਿਸ਼ਾ ਵਿੱਚ ਵਗੋਗੇ ਤੁਸੀਂ ਉਸੇ ਨੂੰ ਅਸੀਮ ਪਾਓਗੇ। ਤੁਸੀਂ ਜੋ ਵੀ ਛੂਹੋਗੇ ਉਹੀ ਅਸੀਮ ਹੈ, ਸਾਰੇ ਪਾਸੇ ਅਸੀਮ ਹੈ। ਇਸ ਅਸੀਮ ਦੇ ਵਿਚਕਾਰ ਤੁਸੀਂ ਸ਼ਬਦਾਂ ਦੇ ਛੋਟੇ ਛੋਟੇ ਪਿੰਜਰੇ ਲੈ ਕੇ ਪਰਮਾਤਮਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਉਸ ਨੂੰ ਕਿਤਾਬਾਂ ਵਿੱਚ ਬੰਦ ਕਰ ਰਹੇ ਹੋ। ਤੁਸੀਂ ਉਸ ਨੂੰ ਵੇਦ ਤੇ ਕੁਰਾਨ ਵਿੱਚ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਐਵੇਂ ਹੀ ਹੈ ਜਿਵੇਂ ਕੋਈ ਮੁੱਠੀ ਵਿੱਚ ਆਕਾਸ਼ ਬੰਦ ਕਰਨ ਨੂੰ ਕਹਿ ਰਿਹਾ ਹੋਵੇ। ਬੜੇ ਮਜ਼ੇ ਦੀ ਗੱਲ ਹੈ। ਜਦ ਮੁੱਠੀ ਖੁੱਲ੍ਹੀ ਹੁੰਦੀ ਹੈ ਤਾਂ ਆਕਾਸ਼ ਹੁੰਦਾ ਹੈ, ਜਦ ਮੁੱਠੀ ਬੰਦ ਹੁੰਦੀ ਹੈ ਤਦ ਜੋ ਹੁੰਦਾ ਉਹ ਵੀ ਨਿਕਲ ਜਾਂਦਾ ਹੈ। ਖੁੱਲ੍ਹੀ ਮੁੱਠੀ ਵਿੱਚ ਤਾਂ ਆਕਾਸ਼ ਹੁੰਦਾ ਹੈ, ਕਿਉਂਕਿ ਖੁੱਲ੍ਹੀ ਮੁੱਠੀ ਆਕਾਸ਼ ਵਿੱਚ ਹੁੰਦੀ ਹੈ। ਪਰ ਜਿੰਨੀ ਘੁੱਟ ਕੇ ਤੁਸੀਂ ਬੰਦ ਕਰਦੇ ਹੋ ਓਨਾ ਹੀ ਆਕਾਸ਼ ਮੁੱਠੀ ਤੋਂ ਬਾਹਰ ਹੋ ਜਾਂਦਾ ਹੈ। ਬਿਲਕੁਲ ਬੰਦ ਮੁੱਠੀ 'ਚ ਕੋਈ ਆਕਾਸ਼ ਨਹੀਂ ਹੁੰਦਾ, ਸਿਰਫ ਮੁੱਠੀ ਰਹਿ ਜਾਂਦੀ ਹੈ। ਸ਼ਬਦਾਂ ਦੀ ਵੀ ਅਜਿਹੀ ਵਰਤੋਂ ਕਰਨਾ ਜਿਹੜੀਆਂ ਖੁੱਲ੍ਹੀਆਂ ਮੁੱਠੀਆਂ ਵਰਗੀ ਹੋਵੇ। ਬੰਦ ਮੁੱਠੀਆਂ ਵਰਗੇ ਸ਼ਬਦਾਂ ਦੀ ਵਰਤੋਂ ਨਾ ਕਰਨਾ। ਪਰ ਖੁੱਲ੍ਹੀ ਮੁੱਠੀ ਵਰਗੇ ਜਿਹੜੇ ਸ਼ਬਦ ਹਨ ਉਹ ਤਰਕ ਦੇ ਲਾਇਕ ਨਹੀਂ। ਜਿੰਨਾ ਤਰਕ ਦੇ ਲਾਇਕ ਸ਼ਬਦਾਂ ਨੂੰ ਬਣਾਉਣਾ ਹੋਵੇ ਓਨਾ ਹੀ ਬੰਦ ਕਰਨਾ ਪੈਂਦਾ ਹੈ। ਪਰਿਭਾਸ਼ਿਤ ਸੀਮਤ ਹੈ, ਉਸ ਦੀ ਪਰਿਭਾਸ਼ਾ ਬਣਾਉਣੀ ਪੈਂਦੀ ਹੈ। ਜਦ ਵੀ ਕਿਸੇ ਚੀਜ਼ ਦੀ ਪਰਿਭਾਸ਼ਾ ਬਣਦੀ ਹੈ ਤਾਂ ਸੀਮਤ ਹੋ ਜਾਂਦੀ ਹੈ। ਉਸ ਦੇ ਚਾਰੇ ਪਾਸੇ ਇੱਕ ਦੀਵਾਰ ਖੜੀ ਹੋ ਜਾਂਦੀ ਹੈ। ਜਿੰਨਾ ਤਰਕ ਭਰਿਆ ਹੋਵੇਗਾ ਸ਼ਬਦਾਂ 'ਚ ਓਨਾ ਹੀ ਪਰਮਾਤਮਾ ਨੂੰ ਜਤਾਉਣਾ ਅਸੀਮਤ ਹੋ ਜਾਏਗਾ, ਮੁੱਠੀ ਵੱਜ ਜਾਏਗੀ। ਜਿੰਨਾ ਤਰਕ ਭਰਿਆ ਸ਼ਬਦ ਹੋਏਗਾ ਉਹ ਕਹਿੰਦਾ ਤਾਂ ਮਾਲੂਮ ਪਾਏਗਾ, ਪਰ ਕਹੇਗਾ ਕੁਝ ਵੀ ਨਹੀਂ। ਸੰਗੀ ਕੁੱਟ ਗਈ। ਜਿੰਨਾ ਬੇਤਰਕਾ ਸ਼ਬਦ ਹੋਏਗਾ ਓਨਾ ਘੱਟ ਕਹਿੰਦਾ ਜਾਪੇਗਾ, ਪਰ ਕਹੇਗਾ। ਇਸ ਫਰਕ ਨੂੰ ਚੇਤੇ ਰੱਖ ਲੈਣਾ, ਇਸ ਫਰਕ ਨੂੰ ਸਮਝ ਲੈਣਾ। ਨਾਨਕ ਦੇ ਸ਼ਬਦ ਕਿਸੇ ਤਰਕ ਸ਼ਾਸਤਰੀ ਦੇ ਸ਼ਬਦ ਨਹੀਂ ਹਨ। ਉਹ ਇੱਕ ਕਵੀ ਦੇ ਸ਼ਬਦ, ਇੱਕ ਗੀਤਕਾਰ ਦੇ ਸ਼ਬਦ ਹਨ, ਇੱਕ ਸੁੰਦਰਤਾ ਪ੍ਰੇਮੀ ਦੇ ਸ਼ਬਦ ਨੇ। ਇਹਨਾਂ ਸ਼ਬਦਾਂ ਨਾਲ ਨਾਨਕ ਦੀ ਕੋਈ ਪਰਿਭਾਸ਼ਾ ਨਹੀਂ ਬਣਦੀ। ਇਹਨਾਂ ਸ਼ਬਦਾਂ ਨਾਲ ਨਾਨਕ ਕੋਈ ਪਰਮਾਤਮਾ ਦੀ ਪਰਿਭਾਸ਼ਾ ਨਹੀਂ ਦੇ ਰਹੇ ਹਨ। ਇਹ ਖੁੱਲ੍ਹੀ ਮੁੱਠੀ ਦੇ ਵਾਂਗ ਹਨ। ਇਹਨਾਂ ਸ਼ਬਦਾਂ ਨਾਲ ਇਸ਼ਾਰਾ ਕਰ ਰਹੇ ਨੇ। ਇਹ ਸ਼ਬਦ ਕੁਝ ਵੀ ਨਹੀਂ ਕਹਿ ਰਹੇ, ਪਰ ਜਿਹੜਾ ਕਹਿ ਨਹੀਂ ਸਕਦਾ ਉਸ ਦੇ ਵੱਲ ਸਿਰਫ ਇਸ਼ਾਰਾ ਕਰ ਰਹੇ ਨੇ। ਤੁਸੀਂ ਸ਼ਬਦਾਂ ਨੂੰ ਨਾ ਫੜ ਲੈਣਾ, ਨਹੀਂ ਤਾਂ ਭੁੱਲ ਹੋ ਜਾਏਗੀ। ਜਿਵੇਂ ਮੈਂ ਚੰਨ ਨੂੰ ਉਂਗਲੀ ਨਾਲ ਵਿਖਾਵਾਂ, ਤੁਸੀਂ ਮੇਰੀ ਉਂਗਲੀ ਫੜ ਲਵੋ ਤਾਂ ਤੁਸੀਂ ਚੰਨ ਨੂੰ ਕਿਵੇਂ ਵੇਖ ਪਾਓਗੇ। ਉਂਗਲੀ ਦਾ ਤਾਂ ਕੋਈ ਅਰਥ ਨਹੀਂ।
ਉਹ ਤਾਂ ਸਿਰਫ ਚੰਨ ਵੱਲ ਇਸ਼ਾਰਾ ਕਰਦੀ ਸੀ। ਉਂਗਲੀ ਨੂੰ ਤਾਂ ਤੁਸੀਂ ਛੱਡ ਹੀ ਦੇਣਾ ਹੈ, ਚੰਨ ਨੂੰ ਵੇਖਣਾ ਹੈ। ਪਰ ਲੋਕਾਂ ਨੂੰ ਉਂਗਲਾਂ ਫੜਨ ਦੀ ਆਦਤ ਹੁੰਦੀ ਹੈ। ਇਸ ਲਈ ਤਾਂ ਕਿਤਾਬਾਂ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਕੋਈ ਵੇਦ ਨੂੰ ਪੂਜਦਾ, ਕੋਈ ਕੁਰਾਨ ਨੂੰ ਪੂਜਦਾ, ਕੋਈ ਗੁਰੂ ਗ੍ਰੰਥ ਨੂੰ ਪੂਜਦਾ। ਪੂਜਾ ਕਿਤਾਬ ਦੀ ਸ਼ੁਰੂ ਹੋ ਜਾਂਦੀ ਹੈ। ਲੋਕ ਉਂਗਲੀ ਨੂੰ ਫੜ ਲੈਂਦੇ ਨੇ, ਜਿਸ ਪਾਸੇ ਇਸ਼ਾਰਾ ਸੀ ਉਸ ਪਾਸੇ ਅੱਖ ਨਹੀਂ ਉੱਠਦੀ। ਜਿੰਨੀ ਜ਼ੋਰ ਨਾਲ ਕਿਤਾਬ ਨੂੰ ਫੜ ਲਓਗੇ ਓਨਾ ਹੀ ਤੁਸੀਂ ਸੱਤਿਆ ਤੋਂ ਦੂਰ ਹੋ ਜਾਓਗੇ। ਮੁੱਠੀ ਵੱਜ ਗਈ। ਸ਼ਬਦ ਬਹੁਤ ਮਹੱਤਵਪੂਰਨ ਹੋ ਗਏ। ਸ਼ਬਦਾਂ ਦੀ ਕੋਈ ਮਹਾਨਤਾ ਨਹੀਂ। ਮਹਾਨਤਾ ਤਾਂ ਨਿਸ਼ਬਦ ਦੀ ਹੈ, ਕਿਉਂਕਿ ਨਿਸ਼ਬਦ ਨਾਲ ਹੀ ਪਤਾ ਲੱਗ ਸਕਦਾ। ਪਤਾਲਾ ਪਤਾਲ ਲਖ ਅਗਾਸਾ ਅਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਸਾਰੇ ਵੇਦ ਸਿਰਫ ਇੱਕ ਹੀ ਗੱਲ ਕਹਿੰਦੇ ਨੇ ਕਿ ਲੱਖਾਂ ਲੱਭ ਲੱਭ ਕੇ ਥੱਕ ਗਏ ਪਰ ਲੱਭ ਨਹੀਂ ਸਕੇ। ਸਾਰੇ ਵੇਦ ਇੱਕ ਹੀ ਗੱਲ ਕਹਿੰਦੇ ਨੇ, ਉਹ ਗੱਲ ਹੈ ਕਿ ਮਨੁੱਖ ਅਸਮਰਥ ਹੈ। ਸਾਰੇ ਵੇਦ ਇੱਕ ਹੀ ਗੱਲ ਕਹਿੰਦੇ ਨੇ, ਜੇਕਰ ਬੁੱਧੀ ਨਾਲ ਲੱਭਿਆ ਜਾ ਸਕਦਾ ਹੁੰਦਾ ਤਾਂ ਉਹ ਕਦੋਂ ਦਾ ਲੱਭ ਜਾਂਦਾ ਹੁੰਦਾ। ਲੱਭਣ ਵਾਲੇ ਹੀ ਗਵਾਚ ਗਏ, ਉਹ ਨਹੀਂ ਮਿਲਿਆ। ਉਹਦੀ ਕੋਈ ਥਾਂ ਨਹੀਂ ਮਿਲੀ। ਜਿਹੜੇ ਥਾਂ ਲੈਣ ਗਏ ਉਹ ਪਿਘਲ ਗਏ, ਬਲੀਨ ਹੋ ਗਏ। ਖੋਜੀ ਤਾਂ ਮਿਟ ਗਈ, ਲੇਕਿਨ ਜਿਸ ਨੂੰ ਲੱਭਣ ਨਿਕਲੇ ਸੀ ਉਹਦੀ ਕੋਈ ਥਾਂ ਨਹੀਂ ਮਿਲੀ। ਸਾਰੇ ਵੇਦ ਮਨੁੱਖ ਦੀ ਬੁੱਧੀ ਦੀ ਹੈਸੀਅਤ ਤੋਂ ਪਰੇ ਦੀ ਕਹਾਣੀ ਹਨ। ਸਾਰੇ ਧਰਮ ਸ਼ਾਸਤਰ ਇੱਕ ਸੰਬੰਧ ਵਿੱਚ ਰਾਜੀ ਹਨ ਕਿ ਆਦਮੀ ਕੁਝ ਵੀ ਕਰੇ, ਉਸ ਦੇ ਕਰਨ ਦਾ ਜਾਲ ਇੰਨਾ ਨਿੱਕਾ ਹੈ ਕਿ ਉਹ ਕੀਤੇ ਦੇ ਜਾਲ ਵਿੱਚ ਪਰਮਾਤਮਾ ਫੜਿਆ ਨਹੀਂ ਜਾ ਸਕਦਾ। ਤੁਸੀਂ ਜਿੰਨਾ ਵੀ ਫੜਨ ਦੀ ਕੋਸ਼ਿਸ਼ ਕਰੋਗੇ ਓਨਾ ਪਾਓਗੇ ਕਿ ਮੁੱਠੀ ਖਾਲੀ ਰਹਿ ਗਈ। ਪਰਮਾਤਮਾ ਨੂੰ ਪਾਉਣ ਦੇ ਢੰਗ ਵੱਖਰੇ ਹਨ। ਉੱਥੇ ਤੁਹਾਡੀ ਪਕੜ ਨਾਲ ਕੰਮ ਨਹੀਂ ਚੱਲੇਗਾ। ਉੱਥੇ ਸਾਰੀ ਪਕੜ ਛੱਡ ਦੇਣੀ ਪਏਗੀ। ਉੱਥੇ ਤੁਹਾਡੀ ਸੋਚ ਵਿਚਾਰ ਨਾਲ ਰਾਹ ਨਹੀਂ ਮਿਲੇਗਾ। ਉੱਥੇ ਤਾਂ ਸਾਰੀ ਸੋਚ ਵਿਚਾਰ ਛੱਡ ਦੇਣੀ ਪਏਗੀ। ਉਸ ਰਾਹਤ ਉੱਤੇ ਤੁਹਾਡੇ ਤਰਕ ਕੰਮ ਨਹੀਂ ਕਰਨਗੇ। ਉਹੀ ਤਾਂ ਰੁਕਾਵਟਾਂ ਹਨ। ਉੱਥੇ ਬੁੱਧੀ ਪੌੜੀ ਨਹੀਂ ਬਣੇਗੀ, ਉਹੀ ਦੀਵਾਰ ਹੈ। ਜਿੰਨਾ ਤੁਸੀਂ ਆਪਣੀ ਬੁੱਧੀ ਉੱਤੇ ਭਰੋਸਾ ਰੱਖੋਗੇ ਓਨਾ ਤੁਸੀਂ ਪਾਓਗੇ ਕਿ ਤੁਸੀਂ ਭਟਕ ਗਏ। ਉੱਥੇ ਤਾਂ ਸਾਰਾ ਭਰੋਸਾ ਉਸੇ 'ਤੇ ਛੱਡ ਦੇਣਾ ਪਏਗਾ। ਬੁੱਧੀ ਉੱਤੇ ਭਰੋਸਾ ਵੀ ਹੰਕਾਰ ਹੈ। ਬੁੱਧੀ ਉੱਤੇ ਭਰੋਸੇ ਦਾ ਅਰਥ ਹੈ ਕਿ ਮੈਂ ਲੱਭ ਲਵਾਂਗਾ, ਕਿਉਂਕਿ ਕਦੇ ਤੁਸੀਂ ਸੋਚਿਆ ਕਿ ਤੁਸੀਂ ਜਿਸ ਨੂੰ ਲੱਭ ਲਓਗੇ ਉਹ ਤੁਹਾਡੇ ਤੋਂ ਛੋਟਾ ਹੋ ਜਾਏਗਾ ਜਾਂ ਨਹੀਂ। ਜਿਸ ਨੂੰ ਮੈਂ ਲੱਭ ਲਵਾਂਗਾ ਉਹ ਮੇਰੇ ਕੋਲੋਂ ਛੋਟਾ ਹੋ ਜਾਏਗਾ। ਜਿਸ ਨੂੰ ਮੈਂ ਪਾ ਲਵਾਂਗਾ ਉਹ ਮੇਰੇ ਨਾਲੋਂ ਛੋਟਾ ਹੋ ਜਾਏਗਾ। ਜਿਹੜਾ ਮੇਰੀ ਮੁੱਠੀ ਵਿੱਚ ਆ ਜਾਏਗਾ ਉਹ ਮੇਰੇ ਨਾਲੋਂ ਛੋਟਾ ਹੋ ਜਾਏਗਾ। ਪਰਮਾਤਮਾ ਨੂੰ ਤੁਸੀਂ ਕਿਵੇਂ ਪਾ ਸਕੋਗੇ? ਜੇਕਰ ਤੁਸੀਂ ਪਾ ਲਿਆ ਤਾਂ ਉਹ ਪਰਮਾਤਮਾ ਨਹੀਂ ਰਹੇਗਾ। ਤਾਂ ਫਿਰ ਪਰਮਾਤਮਾ ਨੂੰ ਕਿਵੇਂ ਪਾਈਏ? ਉਸ ਨੂੰ ਪਾਉਣ ਦਾ ਢੰਗ ਬਹੁਤ ਉਲਟਾ ਹੈ। ਜਿਹੜਾ ਆਦਮੀ ਆਪਣੇ ਆਪ ਨੂੰ ਗਵਾਉਣ ਨੂੰ ਰਾਜੀ ਹੋ ਜਾਂਦਾ ਹੈ ਉਹੀ ਉਸ ਨੂੰ ਪਾਉਂਦਾ, ਕਿਉਂਕਿ ਉਸ ਨੂੰ ਪਾਉਣ ਦਾ ਇੱਕੋ ਇੱਕ ਰਾਹ ਹੁੰਦਾ ਹੈ। ਉਹ ਇੱਕ ਹੀ ਹੈ, ਤੁਸੀਂ ਉਸ ਦੀ ਮੁੱਠੀ ਵਿੱਚ ਹੋ ਜਾਓ। ਕੋਸ਼ਿਸ਼ ਹੈ ਕਿ ਉਹ ਸਾਡੀ ਮੁੱਠੀ ਵਿੱਚ ਹੋ ਜਾਏ। ਇਹ ਸਾਡੀ ਕੋਸ਼ਿਸ਼ ਹੁੰਦੀ ਹੈ, ਪਰ ਉਹ ਸਾਡੀ ਮੁੱਠੀ ਵਿੱਚ ਨਹੀਂ ਹੋ ਸਕਦਾ। ਅਸੀਂ ਉਸ ਨੂੰ ਬੰਨ੍ਹ ਕੇ ਘਰ ਲੈ ਜਾਈਏ, ਅਸੀਂ ਲੋਕਾਂ ਨੂੰ ਵਿਖਾ ਸਕੀਏ ਕਿ ਵੇਖੋ ਅਸੀਂ ਪਰਮਾਤਮਾ ਨੂੰ ਪਾ ਲਿਆ। ਅਸੀਂ ਇਹ ਚਾਹੁੰਦੇ ਹਾਂ। ਇਹ ਕੋਸ਼ਿਸ਼ ਅਸਫਲ ਹੋਣ ਵਾਲੀ ਘਟਨਾ ਹੁੰਦੀ ਹੈ, ਕਿਉਂਕਿ ਵਿਰਾਟ ਨੂੰ ਬੰਨ੍ਹ ਕੇ ਘਰ ਨਹੀਂ ਲਿਜਾਇਆ ਜਾ ਸਕਦਾ। ਆਕਾਸ਼ ਨੂੰ ਪੋਟਲੀ ਵਿੱਚ ਬੰਨ੍ਹ ਕੇ ਨਹੀਂ ਲਿਜਾਇਆ ਜਾ ਸਕਦਾ। ਪੋਟਲੀਆਂ ਘਰ ਵਿੱਚ ਆ ਜਾਣਗੀਆਂ, ਆਕਾਸ਼ ਨਹੀਂ ਆਏਗਾ। ਉਸ ਨੂੰ ਪਾਉਣ ਦਾ ਰਾਹ ਤਾਂ ਇਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਉਹਦੀ ਮੁੱਠੀ ਵਿੱਚ ਛੱਡ ਦਿਓ। ਇਸ ਲਈ ਤਾਂ ਨਾਨਕ ਵਾਰ-ਵਾਰ ਕਹਿੰਦੇ ਨੇ ਕਿ 1000 ਵਾਰ ਤੇਰੇ ਉੱਤੋਂ ਵਾਰਿਆ ਜਾਵਾਂ ਤਾਂ ਵੀ ਘੱਟ ਹੈ। ਜੋ ਤੇਰੀ ਮਰਜ਼ੀ ਉਹੀ ਸ਼ੁਭ ਹੈ, ਜੋ ਤੂੰ ਕਰਾਏ ਉਹੀ ਰਾਹ ਹੈ, ਜੋ ਤੂੰ ਦੱਸ ਦੇਵੇਂ ਉਹੀ ਸੱਤਿਆ ਹੈ। ਇਹ ਸਾਰੇ ਕਥਨ ਦਾ ਇੱਕ ਹੀ ਅਰਥ ਹੈ ਕਿ ਮੈਂ ਆਪਣੇ ਆਪ ਨੂੰ ਹਟਾਉਂਦਾ, ਮੈਂ ਆਪਣੇ ਆਪ ਨੂੰ ਤੇਰੇ ਉੱਤੇ ਨਹੀਂ ਥੋਪਾਂਗਾ। ਮੇਰੀ ਕੋਈ ਮਰਜ਼ੀ ਨਹੀਂ ਹੈ,
ਨਾ ਹੀ ਮੇਰਾ ਕੋਈ ਨਿਸ਼ਾਨਾ ਹੈ, ਨਾ ਹੀ ਮੇਰਾ ਕੋਈ ਪ੍ਰਯੋਜਨ ਹੈ। ਮੈਂ ਤੇਰੇ 'ਚ ਹੀ ਵਗਾਂਗਾ। ਇਸ ਲਈ ਸ਼ਰਧਾ ਕੀਮਤੀ ਹੈ, ਤਰਕ ਖਤਰਨਾਕ ਹੈ। ਤਰਕ ਦਾ ਅਰਥ ਹੈ ਫੈਸਲਾ ਲੈਣ ਵਾਲਾ ਮੈਂ ਹੀ ਹਾਂ। ਤਰਕ ਦਾ ਅਰਥ ਹੈ ਜੱਜ ਮੈਂ ਹੀ ਹਾਂ। ਸ਼ਰਧਾ ਦਾ ਅਰਥ ਹੈ ਫੈਸਲਾ ਕਰਨ ਵਾਲਾ ਤੂੰ ਹੀ ਹੈ। ਲੱਖਾਂ ਪਤਾਲ ਹਨ, ਲੱਖਾਂ ਆਕਾਸ਼ ਹਨ, ਉਸ ਦੇ ਅੰਤ ਦੀ ਭਾਲ ਕਰਦੇ ਕਰਦੇ ਅਨੇਕਾਂ ਥੱਕ ਗਏ ਨੇ। ਵੇਦ ਇਹੀ ਗੱਲ ਕਹਿੰਦੇ ਨੇ। ਸੋ ਵੇਦ ਕੀ ਕਹਿੰਦੇ ਨੇ, ਇਹ ਕੱਲ੍ਹ ਦੀ ਕਥਾ ਵਿੱਚ ਦੱਸਿਆ ਜਾਏਗਾ। ਅੱਜ ਇੰਨਾ ਹੀ। ਜੇਕਰ ਤੁਹਾਨੂੰ ਇਹ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਕੁਝ ਨਹੀਂ ਵੀ ਪਸੰਦ ਆਉਂਦਾ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ। ਤੁਹਾਡਾ ਇੱਕ ਕਮੈਂਟ ਮੇਰੇ ਲਈ ਅੱਗੇ ਦਾ ਰਾਹ ਹੁੰਦਾ ਹੈ। ਸੋ ਧੰਨਵਾਦ ਜੀ, ਤੁਸੀਂ ਇਹਨਾਂ ਪ੍ਰਵਚਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਸੁਣਦੇ ਹੋ। ਕੱਲ੍ਹ ਤੱਕ ਬਾਏ ਬਾਏ ਜੀ।